ਪੰਜਾਬੀ ਨੈਸ਼ਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਮੈਂ ਜੱਗੀ ਢਿੱਲੋਂ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਕੈਲਗਰੀ ਫੋਕਸ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਮਾਰਚ ਦਾ ਮਹੀਨਾ ਆ ਉਹ ਫਰਾਡ ਪ੍ਰੀਵੈਂਸ਼ਨ ਜਾਂ ਫਰਾਡ ਅਵੇਅਰਨੈਸ ਮੰਥ ਦੇ ਤੌਰ ਤੇ ਜਿਹੜਾ ਆ ਉਹ ਵਰਲਡ ਵਾਈਡ ਜਿਹੜਾ ਆ ਉਹ ਕਵਰ ਕੀਤਾ ਜਾ ਰਿਹਾ ਆ। ਔਰ ਜਿਹੜੀਆਂ ਕੰਸਰਨ ਅਥਾਰਟੀਜ਼ ਨੇ ਉਹ ਜਿੰਨੇ ਵੀ ਆਪਣੇ ਕਮਿਊਨਿਟੀ ਦੇ ਵਿੱਚ ਜਾਂ ਕੰਟਰੀ ਦੇ ਵਿੱਚ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਇਹਨਾਂ ਫਰਾਡਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ। ਤੇ ਸਾਡੇ ਕੋਲ ਕੈਲਗਰੀ ਪੁਲਿਸ ਤੋਂ ਤਰਜਿੰਦਰ ਭੁੱਲਰ ਜੀ ਸਟੂਡੀਓ 'ਚ ਨੇ। ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ, ਸਾਡੀ ਇਨਵੀਟੇਸ਼ਨ ਤੇ ਉਹ ਸਟੂਡੀਓ 'ਚ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਤਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ। ਮੈਂ ਦੇਖ ਰਿਹਾ ਸੀਗਾ ਪ੍ਰੋਗਰਾਮ ਤੋਂ ਪਹਿਲਾਂ ਥੋੜਾ ਜਿਹਾ ਸਟੱਡੀ ਕਰ ਰਿਹਾ ਸੀਗਾ ਐਂਡ ਆਈ ਵਾਸ ਸ਼ੌਕਡ ਟੂ ਨੋ ਕਿ ਕਲੋਜ਼ ਟੂ $4 ਮਿਲੀਅਨ ਦਾ ਫਰਾਡ ਜਸਟ ਕੈਲਗਰੀ ਦੇ ਵਿੱਚ ਰਿਕਾਰਡ ਕੀਤਾ ਗਿਆ ਹੈ। ਤੇ ਇਟ ਇਜ਼ ਡੇ ਬਾਈ ਡੇ ਬਿਕਮਿੰਗ ਐਨ ਅਲਾਰਮਿੰਗ ਸਿਚੁਏਸ਼ਨ। ਤੇ ਤੁਸੀਂ ਕੀ ਇਹਦੇ ਤੇ ਕੀ ਕਹਿਣਾ ਚਾਹੋਗੇ? I think ਜਦ ਅਸੀਂ ਕੋਈ ਵੀ ਡੈਮੇਜ ਦੇਖਦੇ ਹੈਗੇ ਹਾਂ ਕਿਸੇ ਨੂੰ ਫਾਈਨੈਂਸ਼ੀਅਲੀ, ਇਟਸ ਏ ਬਿਗ ਪ੍ਰੋਬਲਮ, ਸਪੈਸ਼ਲੀ ਜਦੋਂ ਅਸੀਂ ਦੇਖ ਲਓ ਕਿ ਫੈਮਲੀਜ਼ ਨੂੰ ਕਿੰਨੀ ਹਾਰਡਸ਼ਿਪਸ ਆ ਰਹੇ ਆ ਰਾਈਟ ਨਾਓ ਬਿਕਾਜ਼ ਆਫ ਕੋਵਿਡ, ਅਨਐਮਪਲੋਇਮੈਂਟ, just generally it's a hard time society ਲਈ। ਜਦੋਂ ਅਸੀਂ ਦੇਖਦੇ ਹਾਂ ਫਰਾਡ ਆਨਲਾਈਨ ਸਪੈਸ਼ਲੀ, ਜਦੋਂ ਟੈਕਨੋਲੋਜੀ ਵਧੀ ਜਾਂਦੀ ਆ, ਕ੍ਰਿਮੀਨਲਸ ਆਰ ਗੈਟਿੰਗ ਸਮਾਰਟਰ, ਓਪਰਚੁਨਿਟੀਜ਼ ਉਹਨਾਂ ਨੂੰ ਜ਼ਿਆਦੀਆਂ ਮਿਲ ਰਹੀਆਂ ਆ। ਤੇ ਮੈਂ ਇਹ ਵੀ ਸਟੱਡੀ ਕਰ ਰਿਹਾ ਸੀ, ਦੇਖ ਰਿਹਾ ਸੀਗਾ ਕਿ ਜਿਹੜੇ ਫਿਗਰਸ ਹੈਗੇ ਨੇ ਡਿਸਪਾਈਟ ਆਫ ਪੈਂਡੇਮਿਕ the figures have jumped big time। ਕਿ ਅਗਰ ਤੁਸੀਂ 2019 ਦੇ ਫਿਗਰਸ ਦੇਖੋ ਵਿਜ਼ਾ-ਵਿਜ਼ 2020 ਦੇ ਦੇਖੋ ਤੇ ਉਹਦੇ 'ਚ ਮੈਂ ਇਹ ਵੀ ਦੇਖ ਰਿਹਾ ਸੀਗਾ ਕਿ ਸਭ ਤੋਂ ਜ਼ਿਆਦਾ ਜਿਹੜਾ ਫਰਾਡ ਹੋ ਰਿਹਾ ਆ ਉਹ ਆਨਲਾਈਨ ਜਿਹੜੀ ਸਾਡੀ ਐਕਟੀਵਿਟੀ ਹੈਗੀ ਹੈ ਉਹਨੂੰ ਲੈ ਕੇ ਹੋ ਰਿਹਾ। ਸੋ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਬਿਕੋਜ਼ ਤੁਸੀਂ ਕੈਲਗਰੀ ਪੁਲਿਸ ਨੂੰ ਰਿਪਰੈਜ਼ੈਂਟ ਕਰਦੇ ਹੋ, ਤੁਸੀਂ ਡੇਲੀ ਬੇਸਿਸ ਤੇ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਦੇ ਹੋ ਔਰ ਜਦੋਂ ਕੇਸ ਤੁਹਾਡੇ ਕੋਲ ਰਿਪੋਰਟ ਕੀਤਾ ਜਾਂਦਾ ਹੈ। ਮਾਈ ਕੁਐਸਚਨ ਟੂ ਯੂ ਇਜ਼ ਕਿ ਜਿਹੜੇ ਹੁਣ ਆਨਲਾਈਨ ਤਾਂ ਹੁਣ ਲਾਈਫ ਇਜ਼ ਬਿਕਮਿੰਗ ਆਨਲਾਈਨ ਜੀ। ਅਸੀਂ ਹੁਣ ਕਿੰਨੀ ਦੇਖਿਆ ਲੋਕਡਾਊਨ ਸੀਗਾ, ਚੱਲ ਰਿਹਾ ਸੀਗਾ, ਬਟ ਫਿਰ ਵੀ ਅਸੀਂ ਇਹ ਵੀ ਐਡਵਾਈਸ ਸਾਰਿਆਂ ਨੂੰ ਕਰ ਰਹੇ ਸੀਗੇ ਕਿ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤੇ ਘਰੋਂ ਬਾਹਰ ਨਾ ਜਾਓ। ਸੋ ਉਸ ਕੇਸ ਦੇ ਵਿੱਚ ਜਿਹੜੀ ਆਨਲਾਈਨ ਐਕਟੀਵਿਟੀ ਹੈ ਉਹ ਹਰ ਐਸਪੈਕਟ ਦੇ ਉੱਤੇ ਵੈਦਰ ਇਟ ਵਾਸ ਗਰੋਸਰੀ ਔਰ ਸਮਥਿੰਗ ਐਲਸ ਤੇ ਉਹ ਕਾਫੀ ਆਈ ਵੁੱਡ ਸੇ ਇਨਕਰੀਜ਼ ਹੋਈ। ਤੇ ਇਸ ਸਿਚੁਏਸ਼ਨ ਦੇ ਹੁਣ ਜਿਹੜਾ ਇੱਕ ਲੇਮੈਨ ਹੈ ਜਾਂ ਇੱਕ ਐਨੀ ਕਾਮਨ ਪਰਸਨ ਔਨ ਦਾ ਸਟਰੀਟ ਕੀ ਕਰ ਸਕਦਾ? ਆਈ ਥਿੰਕ ਜਸਟ ਬੀ ਅਵੇਅਰ। ਜਦੋਂ ਤੁਸੀਂ ਆਈ ਮੀਨ ਈਵਨ ਜਦੋਂ ਅਸੀਂ ਆਨਲਾਈਨ ਐਕਟੀਵਿਟੀ ਕਰਦੇ ਹੈਗੇ ਹਾਂ, ਬੀ ਕੇਅਰਫੁਲ ਕਿ ਤੁਸੀਂ ਕਿਹੜੇ ਸ਼ਾਪਸ ਤੇ ਸ਼ਾਪ ਕਰਦੇ ਆ, ਉਹ ਸ਼ਾਪਸ ਦੀ ਰੈਪੂਟੇਸ਼ਨ ਕੀ ਹੈਗੀ ਆ ਉਹਨਾਂ ਦਾ। ਜਦੋਂ ਤੁਸੀਂ ਆਨਲਾਈਨ ਸਿਸਟਮ ਦੇਖਦੇ ਹੈਗੇ ਆ, ਡਜ਼ ਇਟ ਲੁੱਕ ਸਿਕਿਉਰ, ਰਾਈਟ? ਆਲਸੋ ਜਦੋਂ ਅਸੀਂ ਦੇਖਦੇ ਹੈਗੇ ਆ ਕਿ ਕਿਹੜੇ ਸਿਸਟਮਸ ਹੈਗੇ ਜਿੱਥੇ ਪਾਸਵਰਡ ਲਈ ਆਸਕ ਕਰਦੇ ਹੈਗੇ ਆ। ਮੋਸਟ ਕ੍ਰੈਡਿਟ ਕਾਰਡਸ ਤੇ ਕਈ ਵਾਰੀ ਦੇ ਆਸਕ ਫॉर ਵੈਰੀਫਿਕੇਸ਼ਨ, ਰਾਈਟ? ਹੁਣ ਜਦੋਂ ਮੈਂ ਆਨਲਾਈਨ ਬੈਂਕਿੰਗ ਕਰਦੀ ਹੈਗੀ ਆ ਜਾਂ ਮੈਂ ਆਪਣਾ ਵੀਜ਼ਾ ਯੂਜ਼ ਕਰਦੀ ਹੈਗੀ ਆ, ਰਾਈਟ ਅਵੇ ਮੈਨੂੰ ਪ੍ਰੌਂਪਟ ਆ ਜਾਂਦਾ ਸੈੱਲ ਫੋਨ ਤੇ ਕਿ ਹਾਂਜੀ ਤੁਸੀਂ ਇਹ ਐਕਟੀਵਿਟੀ ਆ, ਰਾਈਟ? ਸਮਟਾਈਮਸ ਹੁਣ ਬੈਂਕਸ ਜੇ ਉਹ ਦੇਖ ਲੈਂਦੇ ਆ ਕਿ ਇਹ ਐਕਟੀਵਿਟੀ ਲੱਗਦਾ ਨਹੀਂ ਕਿ ਤੁਸੀਂ ਪਹਿਲਾਂ ਕੀਤੀ ਹੈਗੀ ਆ ਜਾਂ ਇਟਸ ਟੂ ਮੱਚ ਔਨ ਵਨ ਡੇ, ਸਮਟਾਈਮਸ ਉਹ ਆਪ ਤੁਹਾਨੂੰ ਕਾਲ ਕਰ ਲੈਂਦੇ ਆ, ਰਾਈਟ? ਕਰੈਕਟ। ਮੈਂ ਬਿਲਕੁਲ ਤੁਸੀਂ ਸਹੀ ਦੱਸੀ ਗੱਲ। ਮੈਂ ਇੱਕ ਵਾਰੀ ਵਿਦਆਊਟ ਇਨਫੋਰਮੇਸ਼ਨ US ਟਰੈਵਲ ਕਰ ਰਿਹਾ ਸੀਗਾ ਤੇ ਮੈਂ ਬੈਂਕ ਨੂੰ ਇਨਫੋਰਮ ਨਹੀਂ ਕੀਤਾ ਤੇ ਉੱਥੇ ਮੈਂ ਕ੍ਰੈਡਿਟ ਕਾਰਡ ਯੂਜ਼ ਕੀਤਾ, ਉਹਨਾਂ ਨੇ ਮੇਰਾ ਕ੍ਰੈਡਿਟ ਕਾਰਡ ਖੁਦ ਬਲੌਕ ਕਰਤਾ ਐਂਡ ਆਈ ਵਾਸ ਸਰਪ੍ਰਾਈਜ਼ ਕਿ ਮੇਰਾ ਕ੍ਰੈਡਿਟ ਕਾਰਡ ਕਿਉਂ ਬਲੌਕ ਹੈ। ਹਾਂਜੀ ਤੇ ਯੈਸ ਯੂ ਆਰ ਰਾਈਟ। ਆਈ ਮੀਨ ਜਿਹੜੀਆਂ ਰਿਸਪੌਂਸਿਬਲ ਅਥਾਰਟੀਜ਼ ਨੇ, ਚਾਹੇ ਉਹ ਸਪੈਸ਼ਲੀ ਬੈਂਕਿੰਗ ਸੈਕਟਰ ਹੈ, ਦੇ ਆਰ ਟੂ ਮਚ ਵਰਿਡ ਕਿ ਸਾਡਾ ਜਿਹੜਾ ਕਲਾਇੰਟ ਹੈਗਾ ਆ ਉਹ ਕਿਤੇ ਸਫਰ ਨਾ ਕਰ ਜੇ। ਹੁਣ ਕਮਿੰਗ ਟੂ ਅਗਰ ਆਪਾਂ ਇੱਕ ਦੇਖੀਏ ਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਸਾਨੂੰ ਖਿਆਲ ਰੱਖਣਾ ਚਾਹੀਦਾ, ਤੇ ਕਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਹੈ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਐਜ਼ ਏ ਇੰਡੀਵਿਜੂਅਲ ਜਦੋਂ ਅਸੀਂ ਆਨਲਾਈਨ ਹੁੰਦੇ ਆ ਤੇ ਸਾਨੂੰ ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਨੇ? ਸਭ ਤੋਂ ਈਜ਼ੀ ਥਿੰਗ ਆ, ਜੇ ਤੁਸੀਂ ਲਿੰਕ ਦੇਖਦੇ ਹੈਗੇ ਆ ਐਂ ਤੁਹਾਨੂੰ ਪਤਾ ਨਹੀਂ ਹੈਗਾ ਕਿ ਲਿੰਕ ਕਿੱਥੋਂ ਆਇਆ, ਕਿਹਨੇ ਤੁਹਾਨੂੰ ਭੇਜਿਆ ਹੈਗਾ, ਜਿਹੜੀ ਵੈਬਸਾਈਟ ਲੱਗਦੀ ਆ ਕਿ ਨੋ ਇਹਦੇ ਵਿੱਚ ਕੋਈ ਈਜ਼ੀ ਸਪੈਲਿੰਗ ਮਿਸਟੇਕ ਹੈਗਾ ਆ, ਸੋ ਦੈਟ ਜੇ ਤੁਸੀਂ ਛੇਤੀ ਦੇ ਵਿੱਚ ਦੇਖੋ ਲੱਗਦਾ ਆ ਕਿ ਉਹ ਇਹ ਕਿਸੇ ਕੰਪਨੀ ਦਾ ਆ, ਧਿਆਨ ਨਾਲ ਦੇਖੋ ਤੇ ਫਿਰ ਤੁਹਾਨੂੰ ਪਤਾ ਲੱਗਦਾ ਕਿ ਉਹਨਾਂ ਨੇ ਇੱਕ ਦੋ ਹੋਰ ਅੱਖਰ ਵਿੱਚ ਪਾਏ ਹੈਗੇ ਆ, ਰਾਈਟ? ਸੋ ਆਲਵੇਜ਼ ਬੀ ਕੇਅਰਫੁਲ। ਜੇ ਤੁਹਾਨੂੰ ਪਤਾ ਨਹੀਂ ਹੈਗਾ ਕਿ ਇਹਦੇ ਕੋਲੋਂ ਈਮੇਲ ਆ ਰਹੀ ਆ ਜਾਂ ਟੈਕਸਟ ਮੈਸੇਜ ਦੇ ਵਿੱਚ ਕੋਈ ਲਿੰਕ ਹੈਗਾ ਆ,
don't use it. ਇੱਕ ਤਾਂ ਵਾਇਰਸ ਛੱਡੋ, ਰਾਈਟ, ਲੈਪਟਾਪਸ ਤੇ ਇਹ ਵੀ ਹੋ ਸਕਦਾ, but then also ਆਪਾਂ ਗੱਲ ਕਰ ਰਹੇ ਸੀਗੇ ਆਫ ਕੈਮਰਾ, ਕਾਮਨ ਸੈਂਸ। ਜੇ ਤੁਸੀਂ ਜੇ ਕਿਸੇ ਨੇ ਤੁਹਾਨੂੰ ਟੈਕਸਟ ਭੇਜਣਾ ਕਿ ਉਹ ਤੁਸੀਂ $150 ਅਸੀਂ ਤੁਹਾਨੂੰ ਰੀਫੰਡ ਕਰਨ ਲੱਗੇ ਆ, ਜਾਂ ਤੁਸੀਂ $1000 ਜਿੱਤ ਲਿਆ, ਜਾਂ ਅੱਜ ਕੱਲ ਕੌਣ ਪੈਸੇ ਤੁਹਾਨੂੰ ਫ੍ਰੀ ਲਈ ਦਿੰਦਾ ਆ? ਕੋਈ ਨਹੀਂ ਦਿੰਦਾ। ਬਿਲਕੁਲ, ਤੁਹਾਡਾ ਬਿਲਕੁਲ ਵੈਲਿਡ ਹੈਗਾ ਜੀ ਪੁਆਇੰਟ। ਔਰ ਮੈਂ ਆਪਣੇ ਕਲੋਜ਼ ਫਰੈਂਡ ਹੈਗਾ ਆ, ਮੈਂ ਉਹਦੇ ਨਾਲ ਕੋਈ ਡਿਸਕਸ ਕਰ ਰਿਹਾ ਸੀਗਾ, ਕਾਫੀ ਟਾਈਮ ਪੁਰਾਣੀ ਗੱਲ ਹੈਗੀ ਆ, ਤੇ ਉਹਨੇ ਮੈਨੂੰ ਕਿਹਾ ਕਿ ਯਾਰ ਇਸ ਤਰ੍ਹਾਂ ਨਾ ਮੈਂ $700 ਲੂਜ਼ ਕੀਤਾ। ਤੇ ਆਈ ਵਾਸ ਲਾਈਕ ਵਾਟ ਹੈਪਨਡ? ਤੇ ਕਹਿੰਦਾ ਕਿ ਮੈਨੂੰ ਜਸਟ ਟੈਕਸਟ ਮੈਸੇਜ ਆਇਆ ਕਿ ਕਿਸੇ ਸਰਵਿਸ ਪ੍ਰੋਵਾਈਡਰ ਤੋਂ ਕਿ ਤੇਰੇ ਇੰਨੇ ਅਸੀਂ ਓਵਰ ਚਾਰਜ ਕਰ ਲਏ ਸੀਗੇ ਇਨਵਾਇਸ ਦੇ ਵਿੱਚ, ਤੇ ਉਹਦਾ ਰੀਫੰਡ ਹੈਗਾ। ਐਂਡ ਉਹ ਔਡ ਜਿਹਾ ਫਿਗਰ ਦਿੰਦੇ ਨੇ, ਜਿਸ ਤਰ੍ਹਾਂ 187 ਪੁਆਇੰਟ ਸਮਥਿੰਗ ਸੈਂਟਸ ਲਿਖ ਕੇ ਤੁਹਾਨੂੰ ਮੈਸੇਜ ਆ ਜਾਏਗਾ। ਉਹ ਤੁਹਾਨੂੰ ਇਟ ਲੁਕਸ ਲਾਈਕ ਕਿ ਬੜੀ ਜੈਨੂਇਨ ਜੀ ਉਹ ਚੀਜ਼ ਹੈ। ਤੇ ਜਦੋਂ ਤੁਸੀਂ ਉਹ ਲਿੰਕ ਨੂੰ ਕਲਿੱਕ ਕਰਦੇ ਹੋ, ਤੁਹਾਨੂੰ ਕਹਿੰਦੇ ਨੇ ਕਿ ਜੀ ਆਪਣੀ ਬੈਂਕ ਦੀ ਡਿਟੇਲਸ ਤੇ ਪਾਸਵਰਡ ਪਾਓ, ਤੇ ਅਸੀਂ ਇਹ ਪੈਸਾ ਤੁਹਾਡੇ ਆਟੋਮੈਟਿਕਲੀ ਟ੍ਰਾਂਸਫਰ ਹੋ ਜਾਏਗਾ। ਐਂਡ ਹੀ ਫੋਲੋਡ ਦਾ ਪ੍ਰੋਸੈਸ। ਤੇ ਇਨ ਦਾ ਮੀਨਵਾਈਲ ਹੋਇਆ ਕਿ ਜਦੋਂ ਉਹਨੇ ਚੈੱਕ ਕੀਤਾ ਤੇ ਉਹਦਾ $700-800 ਜਿਹੜਾ ਸੀਗਾ ਉਹ ਬੈਂਕ ਤੋਂ ਉਹਨਾਂ ਨੇ ਕੱਢ ਲਿਆ ਸੀਗਾ। ਯਾ ਯੂ ਹੈਵ ਅ ਪੁਆਇੰਟ ਕਿ ਜਿੱਥੋਂ ਤੁਹਾਨੂੰ ਇੱਕ ਇੰਡੀਵਿਜੂਅਲ ਨੂੰ ਉਮੀਦ ਹੀ ਨਹੀਂ ਹੈਗੀ ਕਿ ਮੈਨੂੰ ਕੋਈ ਕਿਉਂ ਪੈਸਾ ਦੇਗਾ, ਮੈਂ ਉਧਰ ਪੈਸੇ ਦੀ ਆਫਰ ਦੇਖ ਕੇ ਪ੍ਰੌਂਪਟ ਨਹੀਂ ਹੋ ਸਕਦਾ, ਸੋ ਮੈਨੂੰ ਅਵੋਇਡ ਕਰਨਾ ਪਏਗਾ। ਐਂਡ ਆਲਸੋ ਦੇਖੋ ਕਿ ਜਿਹੜੀ ਕੰਪਨੀਆਂ ਦੇ ਨਾਲ ਤੁਸੀਂ ਬਿਜ਼ਨਸ ਕਰ ਰਹੇ ਆ, ਉਹ ਤੁਹਾਡੇ ਨਾਲ ਕਿੱਦਾਂ ਨਾਰਮਲੀ ਕਮਿਊਨੀਕੇਟ ਕਰਦੇ ਆ। ਬਿਲਕੁਲ ਠੀਕ। ਸੋ ਭਾਵੇਂ ਉਹ ਗਵਰਨਮੈਂਟ ਹੋਵੇ ਜਾਂ ਸ਼ਾਅ ਟੀਵੀ ਹੋਵੇ, ਜਾਂ ਰੋਜਰਸ ਬਿੱਲ ਹੋਵੇ, ਜੇ ਉਹ ਆਲਵੇਜ਼ ਜਦੋਂ ਤੁਹਾਨੂੰ ਈਮੇਲ ਭੇਜਦੇ ਹੈਗੇ ਆ, ਈਮੇਲ ਐਡਰੈਸ ਉਹ ਕੀ ਹੈਗਾ, ਜਦੋਂ ਤੁਹਾਨੂੰ ਟੈਕਸਟ ਭੇਜਦੇ ਹੈਗੇ ਆ ਉਹ ਕਿੱਦਾਂ ਦਾ ਫਾਰਮੈਟ ਯੂਜ਼ ਕਰਦੇ ਆ। ਜੇ ਹੁਣ ਤੁਹਾਨੂੰ ਸ਼ੱਕ ਪੈਂਦਾ ਹੈਗਾ ਕਿ ਉਸ ਕੰਪਨੀ ਤੇ ਮੈਨੂੰ ਕਿਤੇ ਫੋਨ ਰਾਹੀਂ ਗੱਲ ਹੀ ਨਹੀਂ ਕਰਦੇ, ਉਹ ਆਲਵੇਜ਼ ਈਮੇਲ ਭੇਜਦੇ ਹੈਗੇ ਜਾਂ ਚਿੱਠੀ ਭੇਜਦੇ ਹੈਗੇ ਆ, ਇਟਸ ਓਕੇ। ਆਈ ਨੋ ਅਸੀਂ ਚਾਹੁੰਦੇ ਹਾਂ ਕਿ ਸਭ ਕੁਝ ਬਹੁਤ ਈਜ਼ੀ ਹੋ ਜਾਵੇ ਐਂਡ ਆਨਲਾਈਨ ਹੋ ਜਾਵੇ, ਪਰ ਉਹ ਜਿਹੜੀ ਈਜ਼ ਦੇ ਨਾਲ ਸਾਨੂੰ ਸ਼ੱਕ ਵੀ ਕਰਨਾ ਪੈਂਦਾ ਸਮਟਾਈਮਸ ਕਿ ਜਿਹੜੀ ਕੰਪਨੀ ਹੈਗੀ ਆ ਇਹ ਸੱਚ ਦੇ ਵਿੱਚ ਮੇਰੇ ਨਾਲ ਟ੍ਰਾਂਜੈਕਸ਼ਨਸ ਜਿਹੜੇ ਕਰ ਰਹੇ ਆ ਉਹ ਠੀਕ ਕਰ ਰਹੇ ਆ। ਹਾਂ, ਬਹੁਤ ਅੱਛਾ ਪੁਆਇੰਟ ਤੁਸੀਂ ਤਰਜਿੰਦਰ ਜੀ ਇੱਥੇ ਮੈਂਸ਼ਨ ਕੀਤਾ, ਕਿਉਂਕਿ ਇਹ ਸਿਰਫ ਰਿਸਪੌਂਸਿਬਿਲਿਟੀ ਅਥਾਰਟੀਜ਼ ਦੀ ਨਹੀਂ ਹੈਗੀ, ਇਹ ਸਾਰੀ ਕਮਿਊਨਿਟੀ ਦੀ ਰਿਸਪੌਂਸਿਬਿਲਿਟੀ ਹੈਗੀ। ਅਸੀਂ ਆਮ ਤੌਰ ਤੇ ਇੰਡੀਆ ਦੇ ਵਿੱਚ ਇੱਕ ਫਰੇਜ਼ ਬੜੀ ਕਾਮਨ ਯੂਜ਼ ਕੀਤੀ ਜਾਂਦੀ ਹੈ ਕਿ ਜਿਹੜੇ ਤਾਲੇ ਨੇ ਉਹ ਸਿਰਫ ਸ਼ਰੀਫਾਂ ਲਈ ਲਾਏ ਜਾਂਦੇ ਆ, ਜਿਹਨੇ ਤਾਂ ਚੋਰੀ ਕਰਨੀ ਆ ਉਹ ਤਾਂ ਕੁਝ ਵੀ ਕਰੇਗਾ। ਸੋ ਜਿਹੜੇ ਫਰਾਡਸਟਰ ਆ ਉਹ ਚਾਹੇ ਆਨਲਾਈਨ ਆ, ਉਹਨਾਂ ਦੀ ਕੋਸ਼ਿਸ਼ ਹਮੇਸ਼ਾ ਇਹ ਹੋਏਗੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਆਪਣਾ, ਜਿਹਨੂੰ ਕਹਿੰਦੇ ਨੇ ਕਿਸੇ ਨੂੰ ਪ੍ਰੇ ਬਣਾਉਣਾ ਆ, ਉਹਨੂੰ ਟਾਰਗੇਟ ਕਰਨਾ ਆ, ਤੇ ਉਹਨਾਂ ਦਾ ਤੇ ਕਨਸਟੈਂਟ ਮਾਈਂਡ ਹੀ ਇਸ ਤਰੀਕੇ ਨਾਲ ਚੱਲ ਰਿਹਾ ਕਿ ਦੇ ਹੈਵ ਟੂ ਸਮਹਾਉ ਐਕਸਟ੍ਰੈਕਟ ਮਨੀ ਆਊਟ ਆਫ ਯੂ। ਤੇ ਸਾਨੂੰ ਕੇਅਰਫੁਲ ਹੋਣਾ ਪਏਗਾ ਕਿ ਕਿਸ ਤਰੀਕੇ ਦਾ ਐਕਸ਼ਨ ਆ। ਔਰ ਇੱਥੇ ਮੈਂ ਤੁਹਾਡੇ ਨਾਲ ਇਹ ਵੀ ਗੱਲ ਸ਼ੇਅਰ ਕਰਾਂ ਕਿ ਅਸੀਂ ਬਹੁਤ ਕਾਮਨ ਇਹ ਗੱਲ CRA ਦੇ ਵੱਲੋਂ ਦੇਖਦੇ ਹਾਂ ਕਿ ਕਾਲਸ ਆਉਂਦੀਆਂ ਨੇ। ਤੁਹਾਨੂੰ ਐਸੀਆਂ ਵੀ ਕੰਪਲੇਂਟਸ ਕੁਝ ਆਉਂਦੀਆਂ ਨੇ ਕਿ ਸਾਨੂੰ CRA ਦੇ ਰਿਗਾਰਡਿੰਗ ਕਾਲ ਕੀਤੀ ਗਈ ਸੀਗੀ? ਯੈਸ, ਆਫ ਕੋਰਸ। ਜਿੱਦਾਂ ਆਈ ਥਿੰਕ ਸਾਰਿਆਂ ਨੇ ਦੇਖਿਆ ਹੈਗਾ ਆ ਨਿਊਜ਼ ਦੇ ਵਿੱਚ, ਜਾਂ ਆਪਣੀ ਕੋਈ ਫੈਮਿਲੀ ਨਾਲ ਗੱਲ ਕਰ ਲਓ, ਫਰੈਂਡ ਨਾਲ ਗੱਲ ਕਰ ਲਓ, ਕਿਸੇ ਨਾ ਕਿਸੇ ਨੂੰ ਤਾਂ ਫੋਨ ਜ਼ਰੂਰ ਆਇਆ ਹੈਗਾ, ਰਾਈਟ? ਅਸੀਂ ਫੋਨ ਤੇ ਗਾਲਾਂ ਵੀ ਕੱਢ ਲੈਂਦੇ ਆ, ਉਹਨਾਂ ਨੂੰ ਪੁੱਛ ਵੀ ਲੈਂਦੇ ਆ ਕਿ ਤੁਸੀਂ ਕਿੱਥੋਂ ਫੋਨ ਕਰ ਰਹੇ ਆ, ਬਟ ਉਹਨਾਂ ਦਾ ਬਿਜ਼ਨਸ ਇੱਕ ਬਣਿਆ ਹੈਗਾ ਆ, ਰਾਈਟ? ਸੋ ਆਫ ਕੋਰਸ ਸਾਨੂੰ ਵੀ ਕਾਲਸ ਆਉਂਦੇ ਆ। ਇੱਕ ਕੈਨੇਡੀਅਨ ਜਿਹੜਾ ਐਂਟੀ ਫਰਾਡ ਸੈਂਟਰ ਹੈਗਾ ਆ, ਉਹਨਾਂ ਨੂੰ ਵੀ ਕਾਲਸ ਆਉਂਦੇ ਆ। ਕਈ ਕਾਲਸ ਹੈਗੇ ਆ ਜਿੱਥੇ ਕਿਸੇ ਨੇ ਐਕਚੁਅਲੀ ਘਾਟਾ ਖਾਦਾ ਹੈਗਾ ਬਿਕਾਜ਼ CRA ਸਕੈਮ ਕਰਕੇ, ਰਾਈਟ? ਸੋ ਆਫ ਕੋਰਸ ਉਹ ਇਨਵੈਸਟੀਗੇਟ ਕਰਨੇ ਪੈਂਦੇ ਆ। ਬਿਲਕੁਲ। ਔਰ ਤਰਜਿੰਦਰ ਜੀ, CRA ਤਾਂ ਚਲੋ ਇੱਕ ਬਹੁਤ ਕਾਮਨ ਹੈ, ਸਪੈਸ਼ਲੀ ਡਿਊਰਿੰਗ ਦਾ ਫਸਟ ਹਾਫ ਆਫ ਦਾ ਈਅਰ। ਮੈਂ ਖੁਦ ਵੀ ਦੇਖਿਆ, ਮੈਨੂੰ ਵੀ ਕਾਲਸ ਜਿਹੜੀਆਂ ਨੇ ਉਹ ਜੈਨ ਟੂ ਜੂਨ ਬਹੁਤ ਇੰਟੈਂਸ ਹੁੰਦੀਆਂ ਨੇ, ਬਿਕੋਜ਼ ਉਸ ਟਾਈਮ ਦੇ ਉੱਤੇ ਕਾਫੀ ਐਕਟੀਵਿਟੀ ਟੈਕਸ ਫਾਈਲਿੰਗ ਨੂੰ ਲੈ ਕੇ ਚੱਲ ਰਹੀ ਹੁੰਦੀ ਹੈ ਐਂਡ ਆਲ ਦੈਟ। ਤੇ ਕੁਝ ਜਿਹੜੀ ਹੁਣ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਅਗਰ ਕੋਈ ਇਮੀਡੀਏਟ ਪ੍ਰੋਬਲਮ ਜਿਹੜੀ ਹੈ ਅਗਰ ਕੋਈ ਕੰਟਰੀ ਫੇਸ ਕਰ ਰਹੀ ਹੈ, ਜਿਸ ਤਰ੍ਹਾਂ ਹੁਣ ਵਰਲਡ ਵਾਈਡ ਪੈਂਡੇਮਿਕ ਸੀਗਾ, ਤੇ ਹੁਣ ਸਰਬ ਨੂੰ ਲੈ ਕੇ ਇੱਕ ਸਕੈਮ ਜਿਹੜਾ ਉਹ ਚਲਾਇਆ ਜਾ ਰਿਹਾ, ਤੇ ਇਹੋ ਜਿਹੀ ਵੀ ਚੀਜ਼ਾਂ ਤੁਹਾਡੇ ਨੋਟਿਸ 'ਚ ਨੇ? ਆਫ ਕੋਰਸ ਕ੍ਰਿਮੀਨਲਸ ਆਰ ਵੈਰੀ ਸਮਾਰਟ। ਅਸੀਂ ਆਲਵੇਜ਼ ਕਹਿੰਦੇ ਹੈਗੇ ਆ ਕਿ ਜਿਹੜਾ ਉਹਨਾਂ ਦਾ ਦਿਮਾਗ ਹੈਗਾ, ਜੇ ਉਹ ਕ੍ਰਾਈਮ ਵੱਲ ਪਾਉਂਦੇ ਆ, ਉਹੀ ਦਿਮਾਗ ਜੇ ਉਹ ਕਿਸੇ ਚੰਗੇ ਕੰਮ ਵੱਲ ਕਰੋ, ਵੀ ਕੈਨ ਫਾਈਂਡ ਸੋ ਮੈਨੀ solutions to problems, right? So ਤੁਸੀਂ ਸਰਬ ਦੀ ਗੱਲ ਕਰਦੇ ਹੈਗੇ ਆ, ਉਹ ਵੀ ਦੇਖਿਆ ਹੈਗਾ ਕਿ ਆਨਲਾਈਨ ਫਰਾਡ ਕੀਤਾ ਹੈਗਾ ਲੋਕਾਂ ਨੇ, ਕਿਸੇ ਦੀ ਆਇਡੈਂਟੀਟੀ ਲਈ ਹੈਗੀ ਆ ਤੇ ਫਿਰ ਸਰਬ ਲਈ ਅਪਲਾਈ ਕੀਤਾ ਹੈਗਾ ਆ। ਠੀਕ ਹੈ ਜੀ। ਹੋਰ ਇੱਕ ਚੱਲਿਆ ਹੈਗਾ ਕਿ ਜੇ ਤੁਸੀਂ ਕੋਵਿਡ ਦਾ ਟੈਸਟ ਕੀਤਾ ਆ
ਜੇ ਤੁਸੀਂ ਰਿਜ਼ਲਟਸ ਲੈਣੇ ਹੈਗੇ ਆ ਤੁਹਾਨੂੰ ਪੈਸੇ ਦੇਣੇ ਪੈਂਦੇ ਆ Yeah, okay. ਅਗੇਨ ਆਈ ਥਿੰਕ ਦੈਟਸ ਜਸਟ ਅਵੇਅਰਨੈਸ ਰਾਈਟ ਕਿ ਆਪਾਂ ਇਸ ਕੰਟਰੀ ਦੇ ਵਿੱਚ ਰਹਿੰਦੇ ਆ ਜਿੱਥੇ ਤੁਹਾਨੂੰ ਹੈਲਥ ਕੇਅਰ ਫ੍ਰੀ ਮਿਲਦਾ ਹੈਗਾ ਆ ਜੀ। ਯੂ ਨੋ ਯੂ ਡੋਨਟ ਹੈਵ ਟੂ ਪੇ pay ਫॉर ਯੂਰ for ਟੈਸਟ your ਰਿਜ਼ਲਟਸ answer, yeah. ਐਂਡ ਦੇਖੋ ਕਿ ਇਹ ਇਨਫੋਰਮੇਸ਼ਨ ਆ ਕਿੱਥੋਂ ਰਹੀ ਆ ਰਾਈਟ ਠੀਕ ਹੈ ਜੀ। ਇਜ਼ ਇਟ 811 that's calling you ਉਹ ਤੁਹਾਡੇ ਨਾਲ ਕਿੰਨਾ ਕੁ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਰਾਈਟ ਮੋਸਟ ਜਿਹੜੇ reputable organizations ਹੈਗੇ ਆ they have no problem ਕਿ ਤੁਹਾਨੂੰ ਯੂ نو ਆਪਣਾ ਨਾਂ ਦੱਸਦੇ ਹੈਗੇ ਕਿ ਹਾਂਜੀ ਮੈਂ ਇਸ ਏਜੰਸੀ ਤੋਂ ਫੋਨ ਕਰਦੇ ਹੈਗੇ ਆ ਜਾਂ ਯੂ نو always CRA for example they don't ਜੇ ਉਹਨਾਂ ਨੂੰ ਪੈਸੇ ਚਾਹੀਦੇ ਹੈਗੇ ਤੁਹਾਡੇ ਕੋਲ ਚਿੱਠੀ ਰਾਹੀਂ ਤੁਹਾਨੂੰ ਨੋਟੀਫਾਈ communicate ਕਰਦੇ ਹੈਗੇ ਕਰਨਗੇ, ਰਾਈਟ ਬਿਲਕੁਲ ਠੀਕ ਹੈ। ਐਂਡ ਇੱਕ ਚੀਜ਼ ਇਹ ਹੈਗੀ ਹੈ ਕਿ ਜੇ ਤੁਹਾਡੇ ਕੋਈ ਪਿੱਛੇ ਹੀ ਪੈ ਜਾਂਦਾ ਕਿ ਇਟਸ ਵੈਰੀ ਵੈਰੀ ਅਰਜੈਂਟ Yeah. that's another you know ਆਪਣੇ ਮਨ ਦੇ ਵਿੱਚ ਸੋਚੋ ਕਿ ਇਦਾਂ ਬਹੁਤ ਘੱਟ ਜਿਹੜੀ ਕੰਪਨੀਆਂ ਹੈਗੇ ਆ ਉਹ ਕਰਦੇ ਹੈਗੇ ਆ you know so what you are trying to say is ਕਿ ਅਗਰ ਕੋਈ ਸਪੋਜ਼ ਕਿਸੇ ਨੂੰ ਫੋਨ ਕਰਕੇ ਇਹ ਕਹਿ ਰਿਹਾ ਕਿ ਅਗਰ ਤੂੰ ਹੁਣੇ ਹੀ ਪੈਸਾ ਡਿਪੋਜ਼ਿਟ ਨਹੀਂ ਕੀਤਾ ਜਾਂ ਹੁਣੇ ਹੀ ਤੂੰ ਜਾ ਕੇ ਇਹ ਚੀਜ਼ ਟ੍ਰਾਂਸਫਰ ਨਹੀਂ ਕੀਤੀ ਮੇਰੇ ਅਕਾਊਂਟ ਦੇ ਜੀ। ਵਿੱਚ ਤੇ ਤੁਸੀਂ ਡਿਪੋਰਟ ਕਰਤੇ ਜਾਓਗੇ ਜਾਂ ਤੁਹਾਨੂੰ ਅਰੈਸਟ ਕਰ ਲਿਆ ਜਾਏਗਾ ਜਾਂ ਉਹ ਐਦਾਂ ਸ਼ੋਅ ਕਰਦੇ ਆ ਕਿ ਇੱਕ ਪੁਲਿਸ ਕਾਰ ਇਜ਼ ਆਲਰੇਡੀ ਔਨ ਦਾ ਵੇ ਕਿ ਤੁਹਾਨੂੰ ਉਹ ਅਰੈਸਟ ਕਰਨ ਲੱਗੇ ਆ ਸੋ ਇਸ ਤਰੀਕੇ ਦੀ ਕੋਈ ਵੀ ਏਜੰਸੀ ਜਿਹੜੀ ਇੱਕ ਰਿਪਿਊਟੇਬਲ ਏਜੰਸੀ ਆ ਉਹ ਇਸ ਤਰੀਕੇ ਨਾਲ ਬਿਹੇਵ ਨਹੀਂ ਕਰਦੀ they don't behave like that I think ਅਫਸੋਸ ਦੀ ਗੱਲ ਇਹ ਹੈਗੀ ਆ ਕਿ ਸਾਡੇ ਮਨ ਦੇ ਵਿੱਚ ਡਰ ਪੈ ਜਾਂਦਾ ਸਪੈਸ਼ਲੀ ਇਫ ਯੂ ਆਰ ਨਿਊ ਇਮੀਗ੍ਰੈਂਟ ਰਾਈਟ ਜੇ ਤੁਸੀਂ ਆਲਰੇਡੀ ਤੁਹਾਡੇ ਮਨ ਦੇ ਵਿੱਚ ਹੈਗਾ ਮੈਂ ਹਲੇ ਯੂ نو ਸਿਟੀਜ਼ਨਸ਼ਿਪ ਨਹੀਂ ਮਿਲੀ ਯੂ نو ਐਂਡ ਜੇ ਤੁਸੀਂ ਹਲੇ ਨਵੇਂ ਹੈਗੇ ਆ ਤੁਹਾਨੂੰ ਸ਼ਾਇਦ ਪਤਾ ਨਹੀਂ ਹੈਗਾ ਕਿ ਇੱਥੇ ਦੇ ਸਿਸਟਮਸ ਕਿੱਦਾਂ ਕੰਮ ਕਰ ਰਹੇ ਆ ਸੋ ਜੇ ਤੁਹਾਡੇ ਡਰ ਨੂੰ ਕੋਈ ਯੂ نو ਥੋੜਾ ਜਿਹਾ ਹੋਰ ਫੈਲਾਉਂਦਾ ਆ ਆਫ ਕੋਰਸ ਤੁਸੀਂ ਸੋਚਣਾ ਕਿ ਮੈਂ ਇਹ ਕੰਮ ਹੁਣੇ ਕਰਨਾ ਪੈਣਾ ਮੈਨੂੰ ਬਟ CRA you know banks any other government agency ਉਹ ਤੁਹਾਨੂੰ ਨੋਟੀਫਾਈ ਕਰਦੇ ਆ ਟਾਈਮ ਦਿੰਦੇ ਆ ਲੈਟਸ ਸੇ ਜੇ ਤੁਸੀਂ ਆਪਣਾ ਸ਼ਾਪ ਬਿਲ ਨਹੀਂ ਪੇ ਕਰਦੇ ਰਾਈਟ ਅਵੇ they give you the chance to pay it so nothing is so urgent that you have to do it right away ਤਰਜਿੰਦਰ ਜੀ ਬਹੁਤ ਇੰਪੋਰਟੈਂਟ ਗੱਲਾਂ ਔਰ ਟਿਪਸ ਤੁਸੀਂ ਜਿਹੜੇ ਸਾਡੇ ਵਿਊਅਰਸ ਨੂੰ ਦੇ ਰਹੇ ਹੋ ਤੇ ਆਪਾਂ ਹੁਣ ਟਾਈਮ ਹੈਗਾ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਦਾ ਤੇ ਵਾਪਸ ਆਉਂਦੇ ਹਾਂ ਜੀ ਤੁਹਾਡਾ ਸਵਾਗਤ ਹੈ ਜੀ ਇੱਕ ਵਾਰ ਫੇਰ ਪ੍ਰੋਗਰਾਮ ਕੈਲਗਰੀ ਫੋਕਸ ਦੇ ਵਿੱਚ ਤੇ ਮੈਂ ਆਪਣੇ ਵਿਊਜ਼ ਨੂੰ ਦੱਸ ਦਵਾਂ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਕੈਲਗਰੀ ਪੁਲਿਸ ਤੋਂ ਆਏ ਨੇ ਤਰਜਿੰਦਰ ਭੁੱਲਰ ਜੀ ਔਰ ਸਾਨੂੰ ਫਰਾਡ ਜਿਹੜੇ ਚੱਲ ਰਹੇ ਆ ਸਪੈਸ਼ਲੀ ਆਨਲਾਈਨ ਜਾਂ ਫੋਨ ਕਾਲਸ ਦੇ ਉੱਤੇ ਜਿਹੜੇ ਜਿਸ ਤਰੀਕੇ ਨਾਲ ਪ੍ਰੈਸ਼ਰਾਈਜ਼ ਕਰਕੇ ਪੈਸਾ ਜਿਹੜਾ ਆ ਉਹ ਤੁਹਾਡੇ ਕੋਲ ਜਿਹੜੇ ਆ ਅਮਾਊਂਟ ਟ੍ਰਾਂਸਫਰ ਕਰਨ ਲਈ ਤੁਹਾਨੂੰ ਕਈ ਵਾਰੀ ਡੋਜ ਕਰਕੇ ਤੁਹਾਨੂੰ ਡੈਮੇਜ ਕੀਤਾ ਜਾਂਦਾ ਆ ਉਹਨਾਂ ਤੋਂ ਕਿਸ ਤਰ੍ਹਾਂ ਬਚਣਾ ਆ ਉਹਦੇ ਬਾਰੇ 'ਚ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਤਰਜਿੰਦਰ ਜੀ ਬਿਫੋਰ ਗੋਇੰਗ ਟੂ ਦਾ ਬ੍ਰੇਕ ਅਸੀਂ ਗੱਲ ਕਰ ਰਹੇ ਸੀਗੇ ਕਿ ਉਹ ਅਰਜੈਂਸੀ ਦਿਖਾਉਂਦੇ ਆ ਤੁਹਾਡੇ ਕੋਲ ਵੀ ਕੋਈ ਐਸਾ ਕੇਸ ਹੈਗਾ ਆ ਜਿਹੜਾ ਤੁਹਾਡੇ ਨੋਟਿਸ ਆਇਆ ਹੋਵੇ ਵੀ ਕਿਸੇ ਨੇ ਇਸ ਤਰ੍ਹਾਂ ਬਿਹੇਵ ਕੀਤਾ ਹੋਵੇ ਹਾਂਜੀ ਯੈਸ ਇੱਕ ਹੈ ਕਿ ਕਿਸੇ ਨੇ ਕਾਲ ਕਰਕੇ ਕਿਹਾ ਹੈਗਾ ਕਿ ਅਸੀਂ CRA ਤੋਂ ਫੋਨ ਕਰਦੇ ਹੈਗੇ ਆ ਜੇ ਤੁਸੀਂ ਇਹ ਪੈਸੇ ਜਾਂ ਅਮਾਉਂਟ ਸਾਨੂੰ ਨਹੀਂ ਦੇ ਰਹੇ ਰਾਈਟ ਅਵੇ ਤੁਸੀਂ ਡਿਪੋਰਟ ਹੋ ਜਾਣਾ ਜਾਂ ਪੁਲਿਸ ਨੇ ਆ ਕੇ ਤੁਹਾਨੂੰ ਅਰੈਸਟ ਕਰ ਲੈਣਾ ਸੋ ਜਿਹੜੇ ਫੋਨ ਕਾਲ ਕਰਦੇ ਸੀਗੇ ਉਹ ਐਕਚੁਅਲੀ ਵਿਕਟਿਮ ਨੂੰ ਕਹਿੰਦੇ ਸੀਗੇ ਕਿ ਅਸੀਂ ਤੁਹਾਡੇ ਘਰ ਦੇ ਮੋਰੇ ਹੈਗੇ ਆ ਸੋ ਜਦੋਂ ਵਿਕਟਿਮ ਬਾਹਰ ਕਾਰ ਦੇ ਵਿੱਚ ਦੇਖਦੇ ਆ ਉਹ ਘਰੋਂ ਬਾਹਰ ਦੇਖਦੇ ਆ ਉਹ ਦੇਖਦੇ ਆ ਕਿ ਹਾਂਜੀ ਇੱਥੇ ਕਾਰ ਪਾਰਕ ਕੀਤੀ ਹੋਈ ਆ ਉਹ ਵਿਕਟਿਮ ਇੰਨੇ ਡਰ ਗਏ ਸੀਗੇ ਕਿ ਉਹਨਾਂ ਨੇ ਜਾ ਕੇ ਇਸ ਕੇਸ ਦੇ ਵਿੱਚ ਉਹ ਕਹਿੰਦੇ ਸੀਗੇ ਤੁਸੀਂ ਗਿਫਟ ਕਾਰਡ ਰਾਹੀਂ ਸਾਨੂੰ ਪੇ ਕਰ ਸਕਦੇ ਆ ਇੱਕ ਤਾਂ ਪਹਿਲਾ ਅਲਾਰਮ ਹੈਗਾ ਕਿ ਕਿਸੇ ਗਵਰਨਮੈਂਟ ਏਜੰਸੀ ਨੇ ਤੁਹਾਨੂੰ ਗਿਫਟ ਕਾਰਡ ਰਾਹੀਂ ਪੇਮੈਂਟਸ ਲਈ ਕਦੀ ਵੀ ਨਹੀਂ ਕਰਨਾ ਰਾਈਟ ਐਂਡ ਹੁਣ ਸਿਸਟਮਸ ਹੈਗੇ ਆ ਕਿ ਜਿਹੜੇ ਡਰੱਗ ਸਟੋਰਸ ਹੈਗੇ ਆ ਗਰੋਸਰੀ ਸਟੋਰਸ ਉਹ ਇਸ ਚੀਜ਼ ਦਾ ਬਹੁਤ ਧਿਆਨ ਰੱਖਦੇ ਹੈਗੇ ਆ ਕਿ ਜੇ ਕੋਈ ਅੰਦਰ ਆਉਂਦਾ ਹੈਗਾ ਉਹਨਾਂ ਨੂੰ $1000 ਦੇ ਆਈਫੋਨਸ ਗਿਫਟ ਕਾਰਡ ਰਾਈਟ ਅਵੇ ਪਰਚੇਸ ਕਰਦੇ ਆ they don't allow it right ਬਟ ਅਨਫੋਰਚੂਨੇਟਲੀ ਇਸ ਕੇਸ ਦੇ ਵਿੱਚ ਉਹ ਇੰਨੇ ਡਰ ਗਏ ਸੀਗੇ ਕਿ ਉਹਨਾਂ ਨੇ ਅਰੈਸਟ ਕਰ ਲੈਣਾ ਸੀਗਾ that ਉਹ ਜਾ ਕੇ they did purchase the gift cards right ਇਦਾਂ ਦੇ ਕੇਸ ਵੀ ਹੈਗੇ ਆ ਕਿ ਕਿਸੇ ਨੇ ਕਿਹਾ ਕਿ my god right away I have to go get a loan or you know e-transfer ਮੈਂ ਹੁਣੇ ਕਰ ਦਵਾਂ right but keep in mind I think we're lucky ਕਿ ਕੋਈ ਵੀ ਇਦਾਂ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਆ ਹਮੇਸ਼ਾ ਉਹ ਤੁਹਾਨੂੰ ਟਾਈਮ ਦਿੰਦੇ ਹੈਗੇ ਆ ਐਬਸੋਲੂਟਲੀ ਮਤਲਬ ਕੋਈ ਵੀ ਹੈ ਤੁਹਾਨੂੰ ਅਗਰ ਚਾਹੇ ਤੁਸੀਂ ਤੁਹਾਡੀ ਪੇਮੈਂਟ ਓਵਰਡਿਊ ਵੀ ਹੈਗੀ ਹੈ ਤਾਂ ਵੀ ਸਟ੍ਰੇਟ ਅਵੇ ਏਜੰਸੀਜ਼ ਕੋਈ ਵੀ ਰੈਪਿਊਟੇਬਲ ਏਜੰਸੀਜ਼ ਤੁਹਾਨੂੰ ਇਸ ਤਰੀਕੇ ਨਾਲ ਬਿਹੇਵ ਨਹੀਂ ਕਰ ਸਕਦੀ ਯੈਸ ਆਈ ਮੀਨ ਕਈ ਵਾਰੀ ਐਟ ਲੀਸਟ ਯੂ نو 30 days 14 days ਜਾਂ ਫਿਰ ਕ੍ਰੈਡਿਟ ਕਲੈਕਸ਼ਨਸ ਤੇ ਚਲ ਜਾਂਦੇ ਆ ਰਾਈਟ ਸੋ ਜੇ ਤੁਹਾਨੂੰ ਕੋਈ ਐਂਡ ਸਪੈਸ਼ਲੀ ਜੇ ਫੋਨ ਕਰਦੇ ਹੈਗੇ ਆ ਉਹ ਲੱਗਦੇ ਕਿ ਉਹ ਬਹੁਤ ਡੈਸਪਰੇਟ ਹੋ ਗਏ ਹੈਗੇ ਆ ਸਾਨੂੰ ਪੈਸੇ ਹੁਣੇ ਚਾਹੀਦੇ ਆ
ਤੁਹਾਨੂੰ ਡਿਪੋਰਟ ਕਰ ਦੇਣਾ। no one can deport you because ਤੁਸੀਂ ਫਾਈਨ ਨਹੀਂ ਭਰਿਆ ਹੈਗਾ, ਰਾਈਟ? ਠੀਕ ਹੈ ਜੀ। so just some of that awareness helps too। ਔਰ ਮੈਂ ਆਪਣਾ ਇਹ ਵੀ ਤੁਹਾਡੇ ਕੋਲ ਕੁਐਸਚਨ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦਾ ਸਾਡਾ ਐਜ਼ ਕਮਿਊਨਿਟੀ ਸੋਸ਼ਲ ਮੀਡੀਆ ਤੇ ਬਿਹੇਵੀਅਰ ਹੈਗਾ, ਉਹ ਵੀ ਕਿਤੇ ਨਾ ਕਿਤੇ ਅਫੈਕਟ ਕਰਦਾ ਆ ਜਾਂ ਮੈਂ ਕਹਾਂਗਾ ਕਿ ਓਪਨ ਇਨਵੀਟੇਸ਼ਨ ਦਿੰਦਾ ਆ ਐਸੇ ਇੰਡੀਵਿਜੂਅਲਸ ਨੂੰ ਕਿ ਉਹਨਾਂ ਦੇ ਨਾਲ ਆ ਕੇ ਕੋਈ ਫਰਾਡ ਕਰੇ? of course social media ਦੇ ਨਾਲ ਸਾਡੇ benefits ਵੀ ਬਹੁਤ ਹੈਗੇ ਆ, ਲੇਕਿਨ of course risks ਵੀ ਬਹੁਤ ਹੈਗੇ ਆ। so I think ਅੱਜ ਕੱਲ ਜੋ ਵੀ ਅਸੀਂ ਕਰਦੇ ਹੈਗੇ ਆ, ਕੁਛ ਲਿਆ ਹੈਗਾ, ਕਿਤੇ ਅਸੀਂ ਚੱਲੇ ਹੈਗੇ ਆ, ਮੈਂ ਕਿੱਥੇ ਕੰਮ ਕਰਦਾ ਹੈਗਾ, everything we share on social media। ਪਰ ਜਿਹੜੇ ਕ੍ਰਿਮੀਨਲਸ ਹੈਗੇ ਆ, ਇਹ ਇਨਫੋਰਮੇਸ਼ਨ ਦੇਖਦੇ ਹੈਗੇ ਆ, ਟਰੈਕ ਕਰਦੇ ਤੁਹਾਨੂੰ, ਰਾਈਟ? ਸੋ ਵੈਦਰ ਉਹਨਾਂ ਨੇ ਕ੍ਰਾਈਮ ਕਰਨਾ ਆ, ਹੁਣ ਤੁਸੀਂ ਕਿਹਾ ਸੀਗਾ ਕਿ ਇਹ ਆਨਲਾਈਨ ਕ੍ਰਾਈਮ ਵਧੀ ਜਾਂਦਾ ਆ, ਬਟ ਦੈਟਸ ਨੈਚੁਰਲ, ਸਾਡੀ ਆਨਲਾਈਨ ਐਕਟੀਵਿਟੀ ਵਧੀ ਜਾਂਦੀ ਆ। ਸੋ ਆਫ ਕੋਰਸ ਆਨਲਾਈਨ ਕ੍ਰਾਈਮ ਵੀ ਹੋਣਾ, ਇਨ ਪਰਸਨ ਕ੍ਰਾਈਮ ਵੀ ਹੋਣਾ। ਸੋ ਸਿਮਿਲਰ ਟੂ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿੰਦੇ ਕਿ ਆਈ ਐਮ ਗੋਇੰਗ ਆਊਟ ਆਫ ਟਾਊਨ ਔਰ ਐਂਡ ਤੁਸੀਂ ਆਲਸੋ ਫੋਟੋਜ਼ ਜਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈਗਾ ਕਿ ਤੁਸੀਂ ਕਿੱਥੇ ਰਹਿੰਦੇ ਆ, ਨੈਚੁਰਲੀ there are criminals ਜਿਹੜੇ ਦੇਖਦੇ ਹੈਗੇ, ਚੱਲ ਇਹ ਤਾਂ ਬਾਹਰ ਗਏ ਹੈਗੇ ਆ, now I can go, ਬਿਲਕੁਲ ਜੀ। ਐਟ ਲੀਸਟ ਜੇ ਤੁਸੀਂ ਇਹਨੂੰ ਉਸ ਤਰੀਕੇ ਨਾਲ ਫਰਾਡ ਡਾਇਰੈਕਟ ਆਨਲਾਈਨ ਦੇ ਨਾਲ ਲਿੰਕ ਨਾ ਕਰੋ, ਐਟ ਲੀਸਟ ਜਿਹੜੇ ਸਿਟੀ ਦੇ ਲੋਕਲ ਜਿਹੜੇ ਐਸੇ ਇੰਡੀਵਿਜੂਅਲਸ ਹੈਗੇ ਆ ਜਿਹੜੇ ਥੈਫਟ ਬ੍ਰੇਕ ਇਨ ਜਿਹੜੇ ਸਿਚੁਏਸ਼ਨਸ ਜਿਹੜੀਆਂ ਹੈਗੀਆਂ ਨੇ, ਉਹਦੇ ਵਿੱਚ ਤਾਂ ਤੁਸੀਂ ਇੱਕ ਤਰੀਕੇ ਨਾਲ ਓਪਨ ਇਨਵੀਟੇਸ਼ਨ ਹੈ ਨਾ, when you are putting it on a social media that I am going to Banff or I am going to X place or Y place or see you after 15 days, I'm going to US or so and so destination। ਹੋ ਸਕਦਾ ਹੈ ਅਸੀਂ ਆਊਟ ਆਫ ਐਕਸਾਈਟਮੈਂਟ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਯਾ ਆਈ ਐਮ ਹੈਵਿੰਗ ਬੈਸਟ ਆਫ ਦਾ ਟਾਈਮ, ਪਰ ਕਿਤੇ ਨਾ ਕਿਤੇ ਉਹ ਇੱਕ ਗਲਤ ਮੈਸੇਜ ਜਿਹੜਾ ਹੈ ਉਹ ਐਂਟੀ ਸੋਸ਼ਲ ਐਲੀਮੈਂਟਸ ਨੂੰ ਜਾਂਦਾ ਆ। ਯਾ ਆਈ ਥਿੰਕ ਯੂ ਜਸਟ ਹੈਵ ਟੂ ਬੀ ਕੇਅਰਫੁਲ ਕਿ ਤੁਸੀਂ ਜੇ ਤੁਹਾਡਾ ਅਕਾਊਂਟ ਪਬਲਿਕ ਹੈਗਾ ਆ, you have to be careful ਕਿ ਤੁਸੀਂ ਕਿੰਨਾ ਇਨਫੋਰਮੇਸ਼ਨ ਸ਼ੇਅਰ ਕਰਦੇ ਆ। ਐਂਡ ਆਲਸੋ ਯੈਸ ਇਨ ਪਰਸਨ ਵੀ, ਬਟ ਫਿਰ ਆਨਲਾਈਨ ਜੇ ਤੁਸੀਂ ਆਪਣੀ ਪਿਕਚਰ ਸ਼ੇਅਰ ਕਰਦੇ ਆ, ਇਨਫੋਰਮੇਸ਼ਨ ਸ਼ੇਅਰ ਕਰਦੇ ਆ, ਆਈਡੈਂਟੀਟੀ ਫਰਾਡ ਆਨਲਾਈਨ ਇਜ਼ ਵੈਰੀ ਪੋਸੀਬਲ ਟੂ। ਤੇ ਹੁਣ ਜਿਸ ਤਰੀਕੇ ਦੀਆਂ ਇਹ ਕਾਲਸ ਅਸੀਂ ਰੂਟੀਨ 'ਚ ਸਾਰੇ ਹੀ ਟਾਈਮ ਟੂ ਟਾਈਮ ਰਿਸੀਵ ਕਰਦੇ ਆ, ਕਈ ਜਿਹੜੇ ਇੰਡੀਵਿਜੂਅਲਸ ਨੇ ਉਹ ਹੁਣ ਕਾਫੀ ਅਵੇਅਰਨੈਸ ਮੈਂ ਕਹਾਂਗਾ ਹੋਈ ਹੈ, ਔਰ ਦੁਨੀਆ ਇਮੀਡੀਏਟਲੀ ਜੱਜ ਕਰ ਜਾਂਦੀ ਹੈ ਕਿ ਇਹ ਫਰਾਡ ਕਾਲ ਹੈਗੀ ਹੈ। ਔਰ ਦੇਖਿਆ ਗਿਆ ਕਿ ਈਵਨ ਮੇਰੇ ਸਰਕਲਸ ਵਿੱਚ ਵੀ ਕਈ ਵਾਰੀ ਉਹਨਾਂ ਨਾਲ ਜੋਕ ਕਰਦੇ ਨੇ ਤੇ ਆਪਸ ਬਾਅਦ ਵਿੱਚ ਆਰਗੂਮੈਂਟਸ ਵੀ ਹੋ ਜਾਂਦੇ ਨੇ। So at the end of the whole thing, I mean, what I want to know from you is ਕਿ ਇੱਕ common man ਕੀ ਕਰੇ? I mean, should every case be reported to you? ਜੇ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡੇ ਨਾਲ ਕੁਝ ਗਲਤ ਹੋਇਆ ਹੈਗਾ, ਕਿਸੇ ਨੇ ਤੁਹਾਡੀ ਇਨਫੋਰਮੇਸ਼ਨ ਲਈ ਹੈਗੀ ਆ, ਤੁਹਾਡਾ ਆਈਡੈਂਟੀਟੀ ਕਿਤੇ ਹੋਰ ਯੂਜ਼ ਕਰਦੇ ਹੈਗੇ ਆ, ਜਾਂ ਤੁਹਾਨੂੰ ਫਾਈਨੈਂਸ਼ੀਅਲ ਨੁਕਸਾਨ ਹੋਇਆ ਆ, ਆਫ ਕੋਰਸ ਦੈਟਸ ਅ ਕ੍ਰਾਈਮ, so you should report it। So basically what you are saying is ਕਿ ਜਿੱਥੇ ਐਕਚੁਅਲ 'ਚ ਤੁਸੀਂ ਡੈਮੇਜ ਹੋ ਗਏ ਉਹਨਾਂ ਦੇ ਇਸ ਬਿਹੇਵੀਅਰ ਕਰਕੇ and they have succeeded ਕਿ ਉਹ ਤੁਹਾਨੂੰ ਤੁਹਾਡਾ ਮਨੀ ਟ੍ਰਾਂਸਫਰ ਉਹਨਾਂ ਨੇ ਕਰ ਲਿਆ, ਜਾਂ ਇਸ ਤਰੀਕੇ ਦੀ ਤੁਹਾਡੀ ਕ੍ਰਿਟੀਕਲ ਇਨਫੋਰਮੇਸ਼ਨ ਜਿਹੜੀ ਹੈ ਉਹ ਕੰਪਰੋਮਾਈਜ਼ ਹੋ ਗਈ ਹੈ, ਤੇ ਉਹ ਜਿਹੜੇ ਇਸ਼ੂਜ਼ ਨੇ ਉਹ ਰਿਪੋਰਟ ਕਰਨੇ ਬਣਦੇ ਆ, ਤੇ ਜਿਹੜੇ ਜਿੱਥੇ ਐਕਚੁਅਲ 'ਚ ਨਹੀਂ ਹੋਇਆ, so should that too be reported? ਹਾਂਜੀ, ਕੈਨੇਡੀਅਨ ਐਂਟੀ ਫਰਾਡ ਸੈਂਟਰ ਹੈਗਾ ਆ, ਜਿਹੜੇ ਵੱਖ-ਵੱਖ ਫਰਾਡਸ ਦੇ ਜਿਹੜੇ ਟ੍ਰੈਂਡਸ ਹੈਗੇ ਆ ਉਹ ਦੇਖਦੇ ਹੈਗੇ ਆ। ਸੋ ਉਸ ਦੇ ਨਾਲ ਵੀ ਆਨਲਾਈਨ ਤੁਸੀਂ ਰਿਪੋਰਟ ਕਰ ਸਕਦੇ ਆ, ਐਂਡ ਇਟਸ ਇੰਪੋਰਟੈਂਟ ਬਿਕਾਜ਼ ਸਮਟਾਈਮਸ ਉਹ ਪ੍ਰੀਵੈਂਟ ਕਰ ਸਕਦਾ, ਰਾਈਟ? ਹਾਲੇ ਇੰਨਾ ਨੁਕਸਾਨ ਨਹੀਂ ਹੋਇਆ ਫਾਈਨੈਂਸ਼ੀਅਲੀ ਔਰ ਆਈਡੈਂਟੀਟੀ ਥੈਫਟ, ਬਟ ਦੇ ਕੈਨ ਸਟਾਰਟ ਇਨਵੈਸਟੀਗੇਟਿੰਗ ਔਰ ਦੇਖਣਾ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਦਾਂ ਹੋ ਰਿਹਾ ਆ। ਸੋ ਜਿਹੜਾ ਤੁਸੀਂ ਜਿਹੜਾ ਐਂਟੀ ਫਰਾਡ ਸੈਂਟਰ ਦੀ ਗੱਲ ਕਰ ਰਹੇ ਹੋ, ਥੋੜਾ ਜਿਹਾ ਹੋਰ ਮੈਂ ਚਾਹਾਂਗਾ ਸਾਡੇ ਵਿਊਜ਼ ਨਾਲ ਸ਼ੇਅਰ ਕਰੋ। ਸੋ ਯੂ ਆਰ ਬੇਸਿਕਲੀ ਸੇਇੰਗ ਕਿ ਜਿੱਥੇ ਐਕਚੁਅਲ ਦੇ ਵਿੱਚ ਡੈਮੇਜ ਨਹੀਂ ਹੋਇਆ, ਫਾਈਨੈਂਸ਼ੀਅਲ ਡੈਮੇਜ ਨਹੀਂ ਹੋਇਆ ਜਾਂ ਇਨਫੋਰਮੇਸ਼ਨ ਕੰਪਰੋਮਾਈਜ਼ ਨਹੀਂ ਹੋਈ, ਉਹ ਕਾਲ ਜਿਹੜੀ ਆ ਇੰਸਟੈਡ ਆਫ ਪੁਲਿਸ ਨੂੰ ਜਾਏ ਜਾਂ 911 ਨੂੰ ਜਾਏ, ਉਹ ਕਾਲ ਉਹ ਜਿਹੜਾ ਮੈਟਰ ਹੈਗਾ ਆ ਉਹ ਕੈਨੇਡਾ ਜਿਹੜੀ ਐਂਟੀ ਫਰਾਡ ਸੈਂਟਰ ਹੈ ਉੱਥੇ ਰਿਪੋਰਟ ਹੋਣਾ ਚਾਹੀਦਾ ਜੀ। ਬਟ ਆਈ ਵਿਲ ਸੇ ਕਿ ਜੇ ਤੁਹਾਨੂੰ ਲੱਗਦਾ ਹੈਗਾ ਕਿ ਇਨ ਕੇਸ ਕਿਸੇ ਨੇ ਤੁਹਾਡੀ ਸ਼ਾਇਦ ਹਾਲੇ ਫਾਈਨੈਂਸ਼ੀਅਲ ਨੁਕਸਾਨ ਨਹੀਂ ਹੋਇਆ, ਪਰ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡਾ ਕੋਈ ਇਨਫੋਰਮੇਸ਼ਨ ਕੰਪਰੋਮਾਈਜ਼ ਹੋਇਆ ਆ, ਸਾਨੂੰ ਫੋਨ ਕਰੋ 266-1234, not the 911 line, but ਜਿਹੜਾ ਨਾਨ ਐਮਰਜੈਂਸੀ ਨੰਬਰ ਹੈਗਾ ਆ, ਰਾਈਟ? ਯੂ ਐਂਡ ਦੇ ਕੈਨ ਆਲਸੋ ਸੇ ਟੂ ਯੂ ਕਿ ਲੱਗਦਾ ਹੈਗਾ ਕਿ ਅਸੀਂ ਰਿਪੋਰਟ ਨਹੀਂ ਕਰ ਸਕਦੇ, ਪਰ one is investigate ਕਰਨਾ and then the other is information report ਅਸੀਂ ਲੈ ਲੈਂਦੇ ਆ, ਰਾਈਟ? ਸੋ ਸਾਨੂੰ ਪਤਾ ਲੱਗ ਜਾਂਦਾ ਕਿ ਹਾਲੇ ਤੱਕ ਨੁਕਸਾਨ ਨਹੀਂ ਹੋਇਆ,
ਪਰ ਇਦਾਂ ਦੇ ਸਾਨੂੰ 10 ਕਾਲਸ ਆ ਗਏ, 15 ਕਾਲ ਆ ਗਏ, ਅਸੀਂ ਕਿੱਦਾਂ ਕਿਸੇ ਦੀ ਹੈਲਪ ਕਰ ਸਕਦੇ ਆ ਜਾਂ ਇਨਵੈਸਟੀਗੇਟ ਕਰ ਸਕਦੇ ਆ ਕਿ ਇਹ ਹੈ ਕੌਣ ਆ? ਠੀਕ ਹੈ। ਸੋ ਵਟ ਆਈ ਐਮ ਟਰਾਈਂਗ ਟੂ ਅੰਡਰਸਟੈਂਡ ਫਰੋਮ ਯੋਰ ਪੁਆਇੰਟ ਇਜ਼ ਕਿ ਜਦੋਂ ਅਸੀਂ ਆਮ ਵੈਸੇ ਇਹ ਸੋਚ ਲੈਂਦੇ ਆ ਕਿ ਮੈਨੂੰ ਤੇ ਕਾਲਸ ਆਉਂਦੀਆਂ ਰਹਿੰਦੀਆਂ ਨੇ ਜਾਂ ਇਸ ਤਰੀਕੇ ਦੀ ਗੱਲ ਹੋਈ ਆ, ਮੈਨੂੰ ਕੀ ਲੋੜ ਆ, ਕੀ ਫਰਕ ਪਊਗਾ। ਸੋ ਉਹ ਐਟੀਟਿਊਡ ਨਹੀਂ ਰੱਖਣ ਦੀ ਲੋੜ ਹੈਗੀ। ਸੋ ਇਫ ਯੂ ਆਰ ਰਿਪੋਰਟਿੰਗ ਤੇ ਉਹਦੇ ਵਿੱਚ ਜਿਹੜਾ ਫਰਾਡਸਟਰ ਹੈਗਾ ਉਹਦਾ ਜਿਹੜਾ ਇੱਕ ਟਰੈਕ ਆ, ਇੱਕ ਪੈਟਰਨ ਆ, ਉਹ ਤੁਹਾਡੇ ਕੋਲ ਜਿਹੜੀਆਂ ਏਜੰਸੀਜ਼ ਹੈਗੀਆਂ ਨੇ ਜਿਨ੍ਹਾਂ ਦਾ ਰਿਸਪੌਂਸਿਬਿਲਿਟੀ ਆ ਟੂ ਟਰੈਕ ਸੱਚ ਅਨਸਕਰੂਪਲਸ ਪੀਪਲ, ਤੇ ਤੁਸੀਂ ਉਹਨਾਂ ਦੇ ਪੈਟਰਨ ਨੂੰ ਅੰਡਰਸਟੈਂਡ ਕਰਕੇ ਤੇ ਯੂ ਕੈਨ ਪ੍ਰੀਵੈਂਟ ਸਮਥਿੰਗ, ਕਿ ਵੱਡਾ ਕੋਈ ਡੈਮੇਜ ਕਿਤੇ ਅਗਰ ਹੁੰਦਾ ਹੈ। ਐਂਡ ਕਈ ਵਾਰੀ ਇਹ ਹੁੰਦਾ ਹੈਗਾ ਕਿ ਉਹਨਾਂ ਨੇ ਇਨਫੋਰਮੇਸ਼ਨ ਜਿਹੜਾ ਪਹਿਲਾਂ ਆਨਲਾਈਨ ਫਰਾਡ ਕੀਤਾ ਹੈਗਾ ਬਟ ਮੇਬੀ ਕੋਈ ਹੋਰ ਕ੍ਰਾਈਮ ਵੀ ਕੀਤਾ ਹੈਗਾ, ਰਾਈਟ? ਸੋ ਪੈਟਰਨਸ ਦੇਖ ਸਕਦੇ ਆ। ਐਂਡ ਜਿਹੜੀ ਕੋਈ ਵੀ ਪੁਲਿਸ ਏਜੰਸੀ ਕੈਨੇਡਾ ਦੇ ਵਿੱਚ ਹੈਗੀ ਆ, ਕੈਲਗਰੀ ਦੇ ਵਿੱਚ ਹੈਗੀ ਆ, ਉਹਨਾਂ ਨੇ ਵੱਖ-ਵੱਖ ਸ਼ਹਿਰਾਂ ਦੇ ਨਾਲ ਵੀ ਆਪਣਾ ਇਨਫੋਰਮੇਸ਼ਨ ਸ਼ੇਅਰ ਕਰਨਾ ਆ। ਸੋ ਅਸੀਂ ਦੇਖ ਸਕਦੇ ਆ ਕਿ ਦੇਖੋ ਇਹ ਹਾਲੇ ਵੈਨਕੂਵਰ ਦੇ ਵਿੱਚ ਹੋ ਰਿਹਾ ਆ, ਪਰ ਹੌਲੀ-ਹੌਲੀ ਇੱਥੇ ਨਾ ਹੋ ਜਾਵੇ, ਸਪਰੈਡ ਹੋ ਸਕਦਾ। ਸੋ ਬਹੁਤ ਵੈਲਿਡ ਪੁਆਇੰਟ ਜਿਹੜਾ ਤੁਸੀਂ ਸ਼ੇਅਰ ਕੀਤਾ ਸਾਡੇ ਵਿਊਜ਼ ਨਾਲ, ਕਿ ਇਟ ਇਜ਼ ਨਾਟ ਜਸਟ ਕਿ ਅਸੀਂ ਮੈਟਰ ਆਫ ਸਿਟਿੰਗ, ਜੇ ਅਸੀਂ ਕੈਲਗਰੀ ਬੈਠੇ ਹਾਂ ਤਾਂ ਜਸਟ ਫॉर ਕੈਲਗਰੀ ਜਾਂ ਅਲਬਰਟਾ, ਜਿਹੜੀ ਪੁਲਿਸ ਸਰਵਿਸਿਜ਼ ਨੇ ਉਹਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੈਗੀ ਆ ਪੈਨ ਕੈਨੇਡਾ, ਦੇ ਕੈਨ ਸ਼ੇਅਰ ਦਾ ਇਨਫੋਰਮੇਸ਼ਨ ਕਿ ਇਸ ਤਰੀਕੇ ਦੀਆਂ ਕਾਲਸ ਆ ਰਹੀਆਂ ਨੇ ਜਾਂ ਫਰਾਡ ਹੋ ਗਿਆ ਹੈ ਜਾਂ ਟ੍ਰੈਂਡ ਹੈਗਾ ਹੈ। ਸੋ ਦੇ ਕੈਨ ਫਿਗਰ ਇਟ ਆਊਟ ਕਿ ਕਿੱਥੋਂ ਓਰੀਜਿਨੇਟ ਹੋ ਰਿਹਾ ਐਂਡ ਆਲ ਦੈਟ। ਪਰ ਨਾਲ ਹੀ ਇੱਕ ਵੈਲਿਡ ਕੁਐਸਚਨ ਮੇਰਾ ਤੁਹਾਨੂੰ ਇਹ ਹੈਗਾ ਤਰਜਿੰਦਰ ਜੀ, ਕਿ ਕਾਫੀ ਵਾਰੀ ਮੈਂ ਦੇਖਿਆ ਆ ਕਿ ਕਾਲਸ ਜਿਹੜੀਆਂ ਨੇ ਉਹ ਆਈਡੀ ਨਹੀਂ ਹੁੰਦੀ, ਕੋਈ ਨੰਬਰ ਨਹੀਂ ਹੁੰਦਾ ਜੀ, ਔਰ ਕਿਤੋਂ ਨਾ ਕਿਤੋਂ ਉਹ ਕਾਲਸ ਜਿਹੜੀਆਂ ਨੇ ਅਗਰ ਸ਼ੋ ਵੀ ਹੋ ਰਹੀਆਂ ਹੁੰਦੀਆਂ ਨੇ ਤੇ ਆਊਟ ਆਫ ਕੈਨੇਡਾ ਸ਼ੋ ਹੋ ਰਹੀਆਂ ਹੁੰਦੀਆਂ ਨੇ। ਕੋਈ ਤੰਜ਼ਾਨੀਆ ਦਾ ਨੰਬਰ ਆ ਜਾਏਗਾ, ਕੋਈ ਕੈਰੇਬੀਅਨ ਕਿਤੋਂ ਉਹਦਾ ਨੰਬਰ ਆ ਜਾਏਗਾ। ਸੋ ਉਸ ਕੇਸ ਦੇ ਵਿੱਚ ਇੱਕ ਇੰਡੀਵਿਜੂਅਲ ਨੂੰ ਕੀ ਕਰਨਾ ਚਾਹੀਦਾ? ਵੈਲ ਇਟਸ ਓਕੇ, ਆਈ ਨੋ ਸਾਨੂੰ ਅੱਜ ਕੱਲ ਇਟਸ ਕੋਈ ਟੈਕਸਟ ਮੈਸੇਜ ਆਵੇ ਉਦੋਂ ਹੀ ਪੜਨਾ ਪੈਣਾ ਜਾਂ ਕਾਲ ਆਵੇ, ਬਟ ਇਟਸ ਓਕੇ, ਲੈਟ ਇਟ ਗੋ ਟੂ ਵੌਇਸਮੇਲ। ਜੇ ਕੋਈ ਲੈਜਿਟਿਮੇਟ ਆਰਗੇਨਾਈਜੇਸ਼ਨ ਹੈਗੀ ਆ, ਜੇ ਬਿਜ਼ਨਸ ਹੈਗਾ ਆ, they're going to leave you a voicemail or they're going to call you back later, right? So ਜੇ ਫੋਨ ਨੰਬਰ ਤੁਹਾਨੂੰ ਤੁਸੀਂ ਦੇਖਦੇ ਆ ਐਂਡ ਸੋਚਦੇ ਆ ਕਿ ਮੈਂ ਰੈਕਗਨਾਈਜ਼ ਨਹੀਂ ਕਰਦੀ, it's okay, voicemail, don't answer it, right? The other thing is that ਜਿਹੜੇ ਕੋਈ companies ਹੈਗੇ ਆ, there and most often they won't be unknown caller, but again ਜਿੱਦਾਂ ਹੁਣ ਆਪਾਂ CRA ਦੀ ਕਾਫੀ ਗੱਲ ਕਰਦੇ ਹੈਗੇ ਆ, they're very sophisticated, right? ਜਦੋਂ ਉਹਨਾਂ ਦਾ ਫੋਨ ਨੰਬਰ ਹੈਗਾ ਗਵਰਨਮੈਂਟ ਆਫ ਕੈਨੇਡਾ right away, but again ਉੱਥੇ ਤੁਹਾਨੂੰ ਸੋਚਣਾ ਚਾਹੀਦਾ ਕਿ ਜਿਹੜਾ ਮੇਰਾ previous ਇਹਨਾਂ ਨਾਲ communications ਹੈਗਾ ਆ ਉਹ ਕਿੱਦਾਂ ਹੋਇਆ ਹੈਗਾ, ਕੀ ਪੈਟਰਨ ਸੀਗਾ। ਹਾਂਜੀ, ਸੋ ਨਹੀਂ, ਵੈਲਿਡ ਪੁਆਇੰਟ ਹੈਗਾ। ਔਰ ਅਲਟੀਮੇਟਲੀ ਕੁਐਸਚਨ ਇਹੀ ਹੈਗਾ ਕਿ ਜਿਹੜਾ ਇੰਡੀਵਿਜੂਅਲ ਉਸ ਵੇਲੇ ਕਾਲ ਰਿਸੀਵ ਕਰ ਰਿਹਾ ਆ ਜਾਂ ਅਗਰ ਆਪਾਂ ਆਨਲਾਈਨ ਦੀ ਗੱਲ ਕਰੀਏ ਤੇ ਈਮੇਲ ਦੇਖ ਰਿਹਾ, ਉਹਨੂੰ ਕਿਤੇ ਨਾ ਕਿਤੇ 10 ਮਿੰਟ ਲਗਾ ਕੇ ਇਹ ਸੋਚਣਾ ਚਾਹੀਦਾ ਹੈ ਕਿ ਬਿਫੋਰ ਹੀ ਔਰ ਸ਼ੀ ਰਿਐਕਟਸ ਕਿ ਵੀ ਇਹ ਕਿਤੇ ਐਸੀ ਚੀਜ਼ ਤਾਂ ਨਹੀਂ ਹੈ ਕਿ ਜਿਹੜੀ ਮੈਨੂੰ ਕਿਸੇ ਤਰੀਕੇ ਨਾਲ ਡੈਮੇਜ ਕਰੇ। ਔਰ ਅਸੀਂ ਜਿਹੜੇ ਸਿਨ ਨੰਬਰਸ ਦਾ ਕੰਪਰੋਮਾਈਜ਼ ਹੋਣਾ ਜਾਂ ਕ੍ਰੈਡਿਟ ਕਾਰਡਸ ਦੀ ਡਿਟੇਲ ਜਿਹੜੀ ਹੈ ਕੰਪਰੋਮਾਈਜ਼ ਹੋਣਾ, ਇਹ ਕਾਮਨ ਪ੍ਰੋਬਲਮ ਅਸੀਂ ਫੇਸ ਕਰਦੇ ਹਾਂ। ਸੋ ਇਨ ਨਟਸ਼ੈਲ ਆਈ ਵੁੱਡ ਸੇ ਦੈਟ ਜੋ ਮੈਂ ਤੁਹਾਡੀ ਡਿਸਕਸ਼ਨ ਤੋਂ ਸਮਝਿਆ ਕਿ ਜਿਹੜੇ ਅਲਰਟਸ ਨੇ ਉਹ ਸਾਡੇ ਸਾਹਮਣੇ ਹੁੰਦੇ ਆ, ਪਰ ਅਸੀਂ ਕਈ ਵਾਰੀ ਉਹਨੂੰ ਇਗਨੋਰ ਕਰ ਦਿੰਦੇ ਆ ਤੇ ਉਹਦੇ ਨਾਲ ਸਾਡਾ ਡੈਮੇਜ ਜਿਹੜਾ ਉਹ ਜ਼ਿਆਦਾ ਹੁੰਦਾ ਹੈ। Absolutely, but ਲੇਕਿਨ ਅਸੀਂ always ਕਹਿੰਦੇ ਹਾਂ ਕਿ ਕੋਈ ਟਿਪੀਕਲ ਫਰਾਡ ਵਿਕਟਮ ਨਹੀਂ ਹੈਗਾ, ਰਾਈਟ? ਇਹ ਕਿਸੇ ਦੇ ਨਾਲ ਵੀ ਹੋ ਸਕਦਾ ਆ, ਐਡਲਟਸ ਦੇ ਨਾਲ ਹੋ ਜਾਂਦਾ ਆ, ਸੀਨੀਅਰਸ ਦੇ ਨਾਲ ਹੋ ਜਾਂਦੇ, ਯੰਗ ਪੀਪਲ ਦੇ ਨਾਲ ਹੋ ਜਾਂਦੇ ਆ। ਸੋ ਜਸਟ ਬੀ ਅਵੇਅਰ, but also make sure that ਜੇ ਤੁਹਾਡੇ ਨਾਲ ਕੁਝ ਹੋਇਆ ਹੈਗਾ, ਕੋਈ ਸ਼ਰਮ ਨਹੀਂ ਹੈਗੀ, make sure you report it so we can help you. ਗਲਤੀ ਕਿਸੇ ਕੋਲ ਵੀ ਹੋ ਸਕਦੀ ਹੈ। Yes. ਤਰਜਿੰਦਰ ਜੀ, it is really nice to have you here, ਔਰ ਵੈਸੇ ਵੀ ਬਹੁਤ ਕ੍ਰਿਟੀਕਲ ਟਾਈਮ ਦੇ ਵਿੱਚੋਂ ਵਰਲਡ ਜਾ ਰਹੀ ਹੈ। ਅਸੀਂ ਪੈਂਡੇਮਿਕ 'ਚ ਦੇਖ ਰਹੇ ਹਾਂ ਕਿ ਇਕਨੋਮਿਕ ਸੈਟਬੈਕਸ ਲੱਗੇ ਆ, ਪੀਪਲ ਹੈਵ ਲੌਸਟ ਜੌਬਸ, ਫਾਈਨੈਂਸ਼ੀਅਲ ਜਿਹੜੀ ਵੈਸੇ ਹੀ ਡਰੇਨ ਹੋਏ ਕਮਿਊਨਿਟੀਜ਼ ਹੋਈਆਂ ਨੇ, ਔਰ ਇੱਕ ਅੰਦਰ ਤੁਸੀਂ ਘਰ ਦੇ ਅੰਦਰ ਬੈਠੇ ਹੋ ਲੋਕਡਾਊਨ ਸਿਚੁਏਸ਼ਨ ਦੇ ਵਿੱਚ, so that frustration is also there. People have gone into depression, so all sorts of things are happening. So ਆਪਾਂ ਜੋ ਮੈਂ ਤੁਹਾਡੀ ਗੱਲਬਾਤ ਚੋਂ ਸਮਝ ਪਾਇਆ ਹੈ ਕਿ ਥੋੜਾ ਜਿਹਾ ਅਲਰਟ ਹੋਣ ਦੀ ਲੋੜ ਹੈਗੀ ਆ, ਤਾਂ ਕਿ ਕੋਈ ਵੀ ਐਸਾ ਇੰਡੀਵਿਜੂਅਲ ਤੁਹਾਡੀ ਇਮੋਸ਼ਨਸ ਨੂੰ ਜਾਂ ਕਿਸੇ ਤਰੀਕੇ ਨਾਲ ਡਰਾ ਕੇ ਤੁਹਾਡੀ ਐਡਵਾਂਟੇਜ ਨਾ ਲੈ ਜਾਏ। ਸੋ ਉਹਦੇ ਤੁਸੀਂ ਜਿਸ ਤਰ੍ਹਾਂ ਦੱਸੇ ਬੜੇ ਇੰਪੋਰਟੈਂਟ ਪਾਰਟਸ ਵੀ
ਈਮੇਲਸ ਨੂੰ ਰਿਸਪੌਂਡ ਕਰਨਾ, ਕਿੱਥੋਂ ਤੁਹਾਨੂੰ ਕਦੀ ਅਰਜੈਂਟ ਡਿਮਾਂਡ ਪੈਸੇ ਦੀ ਕਦੀ ਕੋਈ ਨਹੀਂ ਕਰੇਗਾ। ਸੋ ਇਹ ਜਿਹੜੀਆਂ ਕਾਲਸ ਨੇ ਔਰ ਜਿਹੜੀ CRA ਆ ਉਹ ਤੁਹਾਨੂੰ ਕਦੀ ਫੋਰਸ ਨਹੀਂ ਕਰੇਗੀ। ਸੋ ਉਹਨਾਂ ਦਾ ਇੱਕ ਫਿਕਸਡ ਪੈਟਰਨ ਹੈਗਾ ਆਫ ਡੀਲਿੰਗ ਵਿਦ ਯੂ। ਤੇ ਅਗਰ ਇਹ ਸਾਰੀ ਪੁਆਇੰਟਸ ਜਿਹੜੇ ਨੇ ਜੀ ਸਾਡੇ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਵਿਊਅਰਸ ਦੀ ਨੌਲੇਜ ਅਗਰ ਆਉਂਦੇ ਆ ਤੇ ਉਹ ਆਪਣੇ ਆਪ ਨੂੰ ਕਿਸੇ ਨਾ ਕਿਸੇ ਫਰਾਡ ਤੋਂ ਹੋਣ ਤੋਂ ਬਚਾਉਣ 'ਚ ਕਾਮਯਾਬ ਹੋਣਗੇ। ਤਰਜਿੰਦਰ ਜੀ, ਆਈ ਰੀਅਲੀ ਥੈਂਕ ਯੂ, ਤੁਸੀਂ ਟਾਈਮ ਕੱਢਿਆ ਔਰ ਸਾਡੇ ਵਿਊਅਰਸ ਦੇ ਨਾਲ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕੀਤੀ। ਸੋ ਇਟਸ ਟਾਈਮ ਟੂ ਗੋ। ਸੋ ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ।